ਸਾਹਿਬ ਜੀ। ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਆੜ ਦਾਮ ਕੋ ਛਿਪਰੋ ਪਿਓ ਲਾਖੀ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕੋ ਬੀਰਾ ਈਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ ਈਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ ਦਾਸ ਟਵੰਤਾ ਢੋਰ ਨੀਤ ਇਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਿਦ ਸੁਨ ਕੇ ਜਾਠਰੋ ਉਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ ਮਿਲੈ ਪ੍ਰਤੱਖ ਗੁਸਈਆਂ ਧੰਨਾ ਵੱਡ ਭਾਗਾ ਤੁਕਾ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਕਸਮਦੀ ਨੂਰ ਅਰਸੋਂ ਕੁਰਸੋਂ ਝਟੀਐ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੰਦਰ ਲੋਕ ਸਿਵ ਲੋਕ ਹੈ ਜਬੋ ਓਛੇ ਤਪ ਕਰ ਬਾਹਰ ਐਬੋ ਕਿਆ ਮੰਗੋ ਕੁਛ ਥਿਰ ਨਾਹੀ ਰਾਮ ਨਾਮ ਰਖ ਮਨ ਮਾਹੀ ਇੰਦਰ ਲੋਕ ਸਿਵ ਲੋਕ ਹੈ ਜਬੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਨਿਤਨੇਮ ਤੇ ਕੀਰਤਨ ਦੇ ਰੂਪ ਦੇ ਵਿੱਚ ਸਾਨੂੰ ਅੰਮ੍ਰਿਤ ਵੇਲੇ ਤੋਂ ਬਖਸ਼ੀ ਹੈ। ਵੱਡੇ ਭਾਗ ਪ੍ਰਾਪਤ ਹੋਏ ਜੋ ਗੁਰੂ ਦੀ ਬਾਣੀ ਪੜ੍ਹਨ ਵਾਸਤੇ, ਸਰਵਨ ਕਰਨ ਵਾਸਤੇ ਔਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ। ਸੋ ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਪਵਿੱਤਰ ਬਾਣੀ ਦੀ ਅੰਮ੍ਰਿਤ ਵਿਚਾਰ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਤਨਾਸਰੀ ਰਾਗ ਦਾ ਨਾਮ ਹੈ ਅਤੇ ਇਹ ਜੋ ਬਾਣੀ ਹੈ ਭਗਤ ਕਬੀਰ ਸਾਹਿਬ ਜੀਆਂ ਦੀ ਸਾਨੂੰ 692 ਅੰਗ ਦੇ ਉੱਪਰ ਪ੍ਰਾਪਤ ਹੋ ਰਹੀ ਹੈ। ਸੋ ਸਭ ਤੋਂ ਪਹਿਲੇ ਸ਼ਬਦ ਦੇ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ ਹੈ, ਤਨਾਸਰੀ ਭਗਤਾਂ ਕੀ ਬਾਣੀ, ਬਾਣੀ ਭਗਤ ਕਬੀਰ ਜੀ। ਉਸ ਤੋਂ ਬਾਅਦ ਵਿੱਚ ਭਗਤ ਕਬੀਰ ਸਾਹਿਬ ਜੀਆਂ ਦੇ 5 ਸ਼ਬਦ ਜਿਹੜੇ ਨੇ ਉਹ ਪ੍ਰਾਪਤ ਇੱਥੇ ਹੋਏ ਨੇ। ਪਰ ਇਹ ਜਿਹੜੇ 5 ਸ਼ਬਦ ਨੇ, ਇੱਕ ਸ਼ਬਦ ਸੰਪੂਰਨ ਹੋਇਆ ਹੈ, ਉਹਦੇ ਤੋਂ ਬਾਅਦ ਵਿੱਚ ਦੂਸਰਾ ਸ਼ਬਦ ਸ਼ੁਰੂ ਹੋ ਗਿਆ ਹੈ। ਇਹਨਾਂ 5 ਸ਼ਬਦਾਂ ਵਿੱਚ ਮਹਾਰਾਜ ਨੇ ਨਾ ਤਰਾਸਰੀ ਰਾਗ ਦਾ ਜ਼ਿਕਰ ਕੀਤਾ, ਨਾ ਭਗਤ ਦਾ ਜ਼ਿਕਰ ਕੀਤਾ ਹੈ। ਇਹ 5 ਸ਼ਬਦ ਜਿਹੜੇ ਲਗਾਤਾਰ ਪ੍ਰਾਪਤ ਹੋ ਰਹੇ ਨੇ, 5 ਹੀ ਕਬੀਰ ਸਾਹਿਬ ਜੀਆਂ ਦੇ, ਜਿਹਦੇ ਵਿੱਚੋਂ 3 ਸ਼ਬਦ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਨ ਕਰ ਲਏ। ਅੱਜ ਚੌਥਾ ਸ਼ਬਦ ਕਬੀਰ ਸਾਹਿਬ ਜੀ ਦਾ ਸਾਨੂੰ ਪ੍ਰਾਪਤ ਹੋ ਰਿਹਾ। ਔਰ ਧਨਾਸਰੀ ਰਾਗ ਦੇ ਵਿੱਚ ਕੇਵਲ 5 ਸ਼ਬਦ ਹੀ ਨੇ ਕਬੀਰ ਸਾਹਿਬ ਜੀਆਂ ਦੇ। ਉਸ ਤੋਂ ਬਾਅਦ ਵਿੱਚ ਫਿਰ ਦੂਸਰਿਆਂ ਭਗਤਾਂ ਦੀ ਬਾਣੀ ਦੇ ਸ਼ਬਦ ਆਪਾਂ ਨੂੰ ਪ੍ਰਾਪਤ ਹੋਣਗੇ। ਸੋ ਅੱਜ ਕਬੀਰ ਸਾਹਿਬ ਜੀ ਸਾਨੂੰ ਚੌਥਾ ਸ਼ਬਦ ਜਿਹੜਾ ਹੈ ਉਹ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਫਰਮਾਉਂਦੇ ਇੰਦਰ ਲੋਕ ਸਿਵ ਲੋਕ ਹੈ ਜੈਬੋ। ਇੱਕ ਦਿਨ ਭਗਤ ਕਬੀਰ ਜੀ ਆਪਣੇ ਘਰ ਵਿੱਚ ਬੈਠੇ ਹੋਏ। ਭਗਤ ਕਬੀਰ ਜੀਆਂ ਦੀ ਘਰਵਾਲੀ, ਉਹਨਾਂ ਦਾ ਨਾਮ ਹੈ ਬੀਬੀ ਲੋਈ ਜੀ। ਭਗਤ ਕਬੀਰ ਜੀਆਂ ਦੀ ਜੋ ਸੁਪਤਨੀ ਹੈ ਉਹਦਾ ਨਾਮ ਬੀਬੀ ਲੋਈ ਹੈ। ਕਬੀਰ ਸਾਹਿਬ ਜੀਆਂ ਨੂੰ ਬੈਠਿਆਂ ਦੇਖ ਕੇ ਬੀਬੀ ਲੋਈ, ਮਾਤਾ ਲੋਈ ਨੇ ਆ ਕੇ ਆਖਿਆ, ਕਹਿਣ ਲੱਗੇ ਕਬੀਰ ਜੀ, ਘਰ ਵਿੱਚ ਕੋਈ ਅੰਨ ਧਨ ਨਹੀਂ ਹੈ, ਨਾ ਕੋਈ ਪੈਸਾ ਹੈ, ਨਾ ਕੋਈ ਅੰਨ ਪਦਾਰਥ ਹੈ। ਤੁਸੀਂ ਪਰਮਾਤਮਾ ਦੇ ਕੋਲੋਂ, ਤੁਸੀਂ ਰਾਮ ਦੇ ਕੋਲੋਂ ਕੁਝ ਮੰਗ ਹੀ ਲਵੋ, ਕੁਝ ਧਨ ਮੰਗ ਲਈਏ, ਕੁਝ ਅੰਨ ਪਦਾਰਥ ਮੰਗ ਲਈਏ, ਔਰ ਜੋ ਤੁਸੀਂ ਮੰਗੋਗੇ ਉਹ ਪ੍ਰਾਪਤ ਹੋ ਜਾਣਾ ਹੈ। ਤੁਸੀਂ ਰੱਬ ਦੇ ਭਗਤ ਹੋਏ। ਜਦੋਂ ਬੀਬੀ ਲੋਈ ਨੇ ਭਜਨ ਕੀਤੇ ਨਾ ਕਬੀਰ ਸਾਹਿਬ ਜੀ ਦੇ ਕੋਲ ਵੀ ਆਹ ਵਸਤੂ ਮੰਗ ਲਈਏ, ਧਨ ਮੰਗੀਏ ਔਰ ਅੰਨ ਮੰਗ ਲਈਏ, ਤੇ ਕਬੀਰ ਸਾਹਿਬ ਜੀ ਰਹਾਉ ਦੀ ਪੰਕਤੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਮੈਂ ਕਿਆ ਮੰਗੂ ਕਿਛ ਥਿਰ ਨਾਹੀ। ਮੈਂ ਕੀ ਮੰਗਾ ਪਰਮਾਤਮਾ ਦੇ ਕੋਲੋਂ, ਕੁਝ ਵੀ ਦੁਨੀਆ ਤੇ ਸਦਾ ਰਹਿਣ ਵਾਲਾ ਨਹੀਂ ਹੈ। ਮੰਨ ਲਓ ਜੇ ਧਨ ਮੰਗ ਲਵਾਂਗੇ, ਧਨ ਵੀ ਕੁਝ ਸਮੇਂ ਵਾਸਤੇ, ਜੇ ਪਦਾਰਥ ਮੰਗ ਲਵਾਂਗੇ ਤੇ ਉਹ ਵੀ ਕੁਝ ਸਮੇਂ ਵਾਸਤੇ, ਸਦਾ ਨਹੀਂ ਰਹਿਣਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਮੈਂ ਕਿਆ ਮੰਗੋ ਕਿਛ ਥਿਰ ਨਾਹੀ। ਇਹ ਰਹਾਉ ਦੀ ਪੰਕਤੀ ਹੈ ਲੋਈ ਜੀ।
ਰਾਮ ਦੇ ਕੋਲੋਂ ਕੀ ਮੰਗੀਏ, ਕੁਝ ਦੁਨੀਆ ਤੇ ਰਹਿਣ ਵਾਲਾ ਨਹੀਂ, ਨਾ ਕੋਈ ਪਦਾਰਥ ਤੇ ਨਾ ਕੋਈ ਸਰੀਰ। ਇਹ ਬਚਨ ਕਰਕੇ ਫਿਰ ਸਾਨੂੰ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਇੰਦਰ ਲੋਕ ਸਿਵ ਲੋਕ ਹੈ ਬੜੀ ਜਬੋ। ਵੱਡੀ ਉਮਰਾ ਮੰਨੀ ਜਾਂਦੀ ਹੈ ਇੰਦਰ ਲੋਕ ਵਿੱਚ ਰਹਿਣ ਵਾਲਿਆਂ ਦੀ, ਔਰ ਸ਼ਿਵ ਲੋਕ ਕੈਲਾਸ਼ ਪਰਬਤ ਤੇ ਰਹਿਣ ਵਾਲਿਆਂ ਦੀ ਲੰਮੀ ਉਮਰਾ ਮੰਨੀ ਜਾਂਦੀ ਹੈ। ਵਿਦਵਾਨ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਪੁੰਨ ਕਰਨੇ ਪੈਂਦੇ, ਬੜੇ ਜ਼ਿਆਦਾ ਤਪ ਕਰਨੇ ਪੈਂਦੇ, ਫਿਰ ਜਾ ਕੇ ਇੰਦਰ ਲੋਕ ਦੀ ਪ੍ਰਾਪਤੀ ਹੁੰਦੀ ਹੈ। ਜੈਬੋ ਤੋਂ ਭਾਵ ਤਾਂ ਜਾਇਆ ਜਾਂਦਾ ਹੈ ਜੇ ਤੇਰੇ ਕੋਲ ਪੁੰਨ ਤੇ ਤਾਪ ਹੋਵੇ। ਤੇ ਸਵਰਗ ਪ੍ਰਾਪਤ ਕਰਨ ਵਾਸਤੇ ਜਾਂ ਸਵਰਗ ਦਾ ਰਾਜ ਲੈਣ ਵਾਸਤੇ ਬੜੇ ਬੜੇ ਰਾਜਿਆਂ ਨੇ 100 ਜੱਗ ਕਰ ਛੱਡੇ। ਤੇ ਜੱਗ ਵੀ ਕੋਈ ਆਮ ਨਹੀਂ, ਅਸਵਮੇਧ ਜੱਗ ਕੀਤੇ, ਗਊ ਮੇਧ ਜੱਗ ਕੀਤੇ। ਜੱਗ ਦੇ ਵਿੱਚ ਘੋੜੇ ਦਾ ਕਲੇਜਾ ਕੱਢ ਕੇ ਪਾਉਣਾ, ਨਾਲ ਆਹੂਤੀਆਂ ਦੇਣੀਆਂ, ਨਾਲ ਮੰਤਰ ਪੜ੍ਹਨੇ। ਕਿੰਨੇ ਘੋੜੇ ਕੁਰਬਾਨ ਹੁੰਦੇ ਹੋਣਗੇ, ਕਿੰਨਾ ਖਰਚਾ, ਕਿੰਨਾ ਧਨ, ਕਿੰਨਾ ਸਮਾਂ ਲੱਗਦਾ ਹੋਵੇਗਾ। ਫਿਰ ਇਹੋ ਜਿਹਾ ਇੱਕ ਜੱਗ ਨਹੀਂ 100 ਜੱਗ ਕਰਨਾ ਪਵੇਗਾ, ਫਿਰ ਜਾ ਕੇ ਤੂੰ ਉਸ ਮੰਜ਼ਿਲ ਤੇ ਪਹੁੰਚੇ। ਵੀਰ ਸਾਹਿਬ ਜੀ ਕਹਿਣ ਲੱਗੇ ਇੰਦਰ ਲੋਕ ਵਿੱਚ ਜਾਣਾ, ਇੰਦਰ ਦੀ ਪਦਵੀ ਪ੍ਰਾਪਤ ਕਰਨੀ ਸੌਖੀ ਨਹੀਂ। ਸ਼ਿਵ ਲੋਕ ਵਿੱਚ ਜਾਣਾ, ਉਹ ਵੀ ਪਦਵੀ ਪ੍ਰਾਪਤ ਕਰਨੀ ਜਾਂ ਉਸ ਲੋਕ ਦੇ ਵਾਸੀ ਹੋਣਾ ਸੌਖਾ ਨਹੀਂ ਹੈ। ਉਹਦੇ ਵਾਸਤੇ ਤਪ ਚਾਹੀਦਾ, ਉਹਦੇ ਵਾਸਤੇ ਪੁੰਨ ਚਾਹੀਦਾ। ਪਰ ਮੰਨ ਲਓ ਗੁਰਮੁਖੋ ਕੋਈ ਬੰਦਾ ਇੰਨੇ ਪੁੰਨ ਕਰ ਵੀ ਲਵੇ, ਇੰਨਾ ਤਾਪ ਕਰ ਵੀ ਲਵੇ, ਉਹ ਇੰਦਰ ਲੋਕ ਵਿੱਚ ਚਲਾ ਵੀ ਜਾਵੇ ਜਾਂ ਸ਼ਿਵ ਲੋਕ ਵਿੱਚ ਚਲਾ ਜਾਂਦਾ ਹੈ। ਓਛੇ ਤਪ ਕਰ ਬਾਹਰ ਐਬੋ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਓਛਾ ਤਪ ਕੀਤਾ ਹੈ ਨਾ। ਓਛੇ ਤਪ ਤੋਂ ਭਾਵ ਹੈ ਸਾਕਾਮ ਤਪ ਕਰਨਾ, ਨਿਸ਼ਕਾਮ ਨਹੀਂ ਕੀਤਾ, ਸਹਿਤ ਕਾਮਨਾ ਦੇ ਤਪ ਕੀਤਾ। ਪਰ ਕਾਮਨਾ ਇਹ ਰੱਖੀ ਵੀ ਮੈਨੂੰ ਇੰਦਰ ਲੋਕ ਮਿਲੇ। ਪੁੰਨ ਕੀਤਾ, ਕਾਮਨਾ ਇਹ ਰੱਖੀ ਮੈਨੂੰ ਇੰਦਰ ਲੋਕ ਮਿਲੇ। ਕਬੀਰ ਸਾਹਿਬ ਜੀ ਕਹਿਣ ਲੱਗੇ ਜਦੋਂ ਸਹਿਤ ਕਾਮਨਾ ਦੇ ਕੀਤਾ ਤਪ, ਤੇ ਉੱਥੇ ਰਹਿੰਦਿਆਂ ਰਹਿੰਦਿਆਂ ਤਪ ਦੇ ਪਦਾਰਥ ਨੂੰ, ਤਪ ਦੇ ਫਲ ਨੂੰ ਖਾਈ ਗਿਆ। ਤੇ ਜਦੋਂ ਤਪ ਦਾ ਫਲ ਮੁੱਕ ਗਿਆ ਨਾ, ਫਿਰ ਬਾਹੁਰ ਐਬੋ, ਫਿਰ ਉਸ ਨੂੰ ਬਾਹਰ ਆਉਣਾ ਪਵੇਗਾ। ਔਰ ਕਹੀਏ ਫਿਰ ਉਸ ਨੂੰ ਦੁਨੀਆ ਤੇ ਆਉਣਾ ਪਵੇਗਾ, ਫਿਰ 84 ਦੇ ਗੇੜੇ ਵਿੱਚ ਆਉਣਾ ਪਵੇਗਾ। ਜਿੰਨਾ ਚਿਰ ਕੋਲ ਧਨ ਹੈ ਪੁੰਨ ਦਾ ਤੇ ਤਪ ਦਾ, ਉਹਨਾਂ ਚਿਰ ਤੇ ਖਾਵੇਗਾ। ਤੇ ਜਦੋਂ ਪੁੰਨ ਦਾ ਤਪ ਖਤਮ ਹੋ ਗਿਆ, ਫਿਰ ਬਾਅਦ ਵਿੱਚ ਫਿਰ ਦੁਨੀਆ ਤੇ ਆਉਣਾ ਪਵੇਗਾ, ਫਿਰ ਜਨਮਾਂ ਵਿੱਚ ਆਵੇਗਾ। ਇਸ ਕਰਕੇ ਮੰਗੀਏ ਤੇ ਕੀ ਮੰਗੀਏ, ਰਾਮ ਦੇ ਨਾਮ ਤੋਂ ਬਿਨਾਂ ਜਿੰਨੇ ਮਰਜ਼ੀ ਕੋਈ ਤਪ ਕਰ ਲਵੇ, ਕੋਈ ਪੁੰਨ ਕਰ ਲਵੇ, ਜੇ ਕੁਝ ਸਮੇਂ ਵਾਸਤੇ ਮੰਨ ਲਓ ਵੀ ਸਵਰਗ ਦੀ ਪ੍ਰਾਪਤੀ ਕਰ ਵੀ ਲੈਂਦਾ ਹੈ, ਜਦੋਂ ਉਹ ਪੁੰਨਾਂ ਦਾ ਫਲ ਖਤਮ ਹੋ ਗਿਆ ਦੁਬਾਰਾ ਫਿਰ ਦੁਨੀਆ ਤੇ ਆਉਣਾ ਪਵੇਗਾ। ਸ਼ਾਸਤਰਾਂ ਦੇ ਵਿੱਚ ਇੱਕ ਬਚਨ ਲਿਖਿਆ ਵੀ ਜਦੋਂ ਕੋਈ ਬੰਦਾ ਸਵਰਗਵਾਸੀ ਹੁੰਦਾ ਹੈ, ਇੱਕ ਤੇ ਅਸੀਂ ਆਖਦੇ ਹਾਂ ਨਾ ਵੀ ਇਹ ਸਵਰਗਵਾਸੀ ਹੋ ਗਿਆ, ਪਰ ਸਾਨੂੰ ਪਤਾ ਨਹੀਂ ਵੀ ਇਹ ਸਵਰਗਵਾਸੀ ਹੋਇਆ ਕਿ ਨਹੀਂ। ਅਸੀਂ ਤੇ ਸਤਿਕਾਰ ਦੇਣ ਵਾਸਤੇ ਕਹਿ ਦਿੰਦੇ। ਮੰਨ ਲਓ ਕੋਈ ਵਿਅਕਤੀ ਸੱਚੀ ਮੁੱਚੀ ਸਵਰਗਵਾਸੀ ਹੋ ਗਿਆ, ਸਵਰਗਾਂ ਵਿੱਚ ਪਹੁੰਚ ਗਿਆ, ਤੇ ਸ਼ਾਸਤਰ ਇਹ ਗੱਲ ਕਹਿੰਦੇ ਨੇ ਵੀ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਈ ਜਾਂਦੀ ਹੈ। 1 ਸਾਲ ਲੰਘ ਜਾਂਦਾ, ਇੱਕ ਫੁੱਲ ਸੁੱਕ ਜਾਂਦਾ। ਜਿਵੇਂ ਜਿਵੇਂ ਸਾਲ ਲੰਘਦੇ ਜਾਣਗੇ ਉਵੇਂ ਉਵੇਂ ਉਹ ਫੁੱਲ ਸੁੱਕਦੇ ਜਾਣਗੇ। ਇੰਦਰ ਲੋਕ ਦੇ ਵਿੱਚ 1 ਸਾਲ ਸਾਡੇ 14 ਸਾਲ ਲੱਗ ਜਾਂਦੇ। ਜੇ ਉੱਥੋਂ ਦਾ ਸਾਲ ਤੇ ਸਾਡੇ 14 ਸਾਲ ਗਏ। ਤੇ ਜਦੋਂ ਉਸ ਬਾਲਾ ਦੇ ਸਾਰੇ ਫੁੱਲ ਸੁੱਕ ਗਏ, ਫਿਰ ਸਵਰਗ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਚੱਲ ਦੁਨੀਆ ਵਿੱਚ, ਚੱਲ ਮਾਤ ਲੋਕ ਦੇ ਵਿੱਚ ਜਾ ਕੇ ਜਨਮ ਲੈ, ਫਿਰ ਇੱਥੇ ਆ ਕੇ ਜਨਮ ਮਿਲੇਗਾ, ਫਿਰ ਉਸੇ 84 ਦੇ ਗੇੜੇ ਵਿੱਚ ਆਉਣਾ ਪਵੇਗਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਪ ਕੀਤੇ ਨੇ, ਤਪ ਕੀਤੇ ਨੇ, ਪੁੰਨ ਕੀਤੇ ਨੇ, ਕੁਝ ਸਮੇਂ ਵਾਸਤੇ ਸੁੱਖ ਦੀ ਵੈਲਿਡਿਟੀ ਹੈ, ਇੰਨਾ ਸਮਾਂ ਮਿਲੇਗਾ। ਜਦੋਂ ਉਹ ਪਦਾਰਥ ਦਾ ਤੂੰ ਫਲ ਖਾ ਲਿਆ, ਫਿਰ ਦੁਨੀਆ ਵਿੱਚ ਆਉਣਾ ਪਵੇਗਾ।
ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜੇ ਦੇਵਤੇ ਦੀ ਆਰਾਧਨਾ ਕੀਤੀ ਹੈ, ਦੇਵੀ ਦੀ ਆਰਾਧਨਾ ਕੀਤੀ ਹੈ, ਕਿਸੇ ਪੈਗੰਬਰ ਦੀ ਆਰਾਧਨਾ ਕੀਤੀ ਹੈ, ਜੇ ਤੂੰ ਆਰਾਧਨਾ ਕਰਕੇ ਉਸ ਨੂੰ ਖੁਸ਼ ਕਰ ਲਿਆ, ਤੈਨੂੰ ਉਹਦਾ ਲੋਕ ਮਿਲ ਜਾਏਗਾ, ਜਿਸ ਲੋਕ ਦੇ ਵਿੱਚ ਉਹ ਦੇਵਤਾ ਰਹਿੰਦਾ। ਪਰ ਜਦੋਂ ਉਸ ਦੇਵਤੇ ਦੀ ਉਮਰਾ ਖਤਮ ਹੋਵੇਗੀ ਨਾ, ਉਸ ਦੇਵਤੇ ਨੂੰ ਵੀ ਅੱਗੇ ਜਨਮਾਂ ਵਿੱਚ ਜਾਣਾ ਪੈਣਾ, ਤੇ ਤੈਨੂੰ ਵੀ ਉਹਦਾ ਲੋਕ ਛੱਡ ਕੇ ਫਿਰ ਦੁਨੀਆ ਵਿੱਚ ਆਉਣਾ ਪੈਣਾ। ਵੀਰ ਸਾਹਿਬ ਜੀ ਕਹਿਣ ਲੱਗੇ, ਪੁੱਛੇ ਤਪ ਕਰ ਬਾਹੁਰ ਐਬੋ। ਤਪ ਦਾ ਫਲ ਘਟਿਆ, ਬਾਹੁਰ ਕਹੀਏ ਫਿਰ ਦੁਨੀਆ ਵਿੱਚ ਆਵੇਗਾ, ਫਿਰ ਦੁਨੀਆ ਵਿੱਚ ਆਉਣਾ ਪੈਂਦਾ ਹੈ। ਕਿਆ ਮੰਗੋ ਕਿਛ ਥਿਰ ਕੀ ਨਹੀਂ। ਮੰਗੀਏ? ਦੁਨੀਆ ਵਿੱਚ ਕੁਝ ਥਿਰ ਨਹੀਂ ਹੈ, ਦੁਨੀਆ ਵਿੱਚ ਕੁਝ ਸਦਾ ਰਹਿਣ ਵਾਲਾ ਨਹੀਂ। ਭਗਵਾਨ ਰਾਮ ਜੀ ਬੈਠੇ ਨਾ ਆਪਣੀ ਸਭਾ ਦੇ ਵਿੱਚ, ਰਿਸ਼ੀ ਮੁਨੀ ਵੀ ਬੈਠੇ ਹੋਏ, ਉਹਨਾਂ ਦੇ ਵਜ਼ੀਰ ਵੀ ਬੈਠੇ ਹੋਏ। ਕੀ ਵੇਖਦੇ ਪਏ ਨੇ? ਇੱਕ ਕੀੜਾ ਜਿਹਦੀਆਂ ਲੱਤਾਂ ਟੁੱਟੀਆਂ ਨੇ, ਉਹ ਕੰਧ ਦੇ ਉੱਪਰ ਚੜ੍ਹਦਾ ਪਿਆ, ਪਰ ਚੜ੍ਹ ਨਹੀਂ ਪਾ ਰਿਹਾ, ਥੋੜਾ ਜਿਹਾ ਚੜ੍ਹਦਾ ਫਿਰ ਥੱਲੇ ਡਿੱਗ ਪੈਂਦਾ। ਇੱਧਰੋਂ ਰਿਸ਼ੀ ਮੁਨੀ ਕੋਈ ਵਿਚਾਰ ਕਰਦੇ ਪਏ ਸ਼ਾਸਤਰ ਦੀ ਕਿਸੇ ਗੱਲਬਾਤ ਦੇ ਉੱਪਰ, ਤੇ ਉਹਦੇ ਵੱਲ ਵੀ ਧਿਆਨ ਦਿੰਦੇ ਪਏ, ਪਰ ਨਿਗਾਹ ਉਸ ਕੀੜੇ ਵੱਲ ਹੈ, ਭਗਵਾਨ ਰਾਮ ਜੀਆਂ ਦੀ। ਦੂਜੀ ਵਾਰੀ ਕੀੜੇ ਨੇ ਫਿਰ ਯਤਨ ਕੀਤਾ ਕੰਧ ਤੇ ਚੜ੍ਹਨ ਦਾ, ਤੇ ਚੜ੍ਹਿਆ ਨਹੀਂ ਗਿਆ, ਥੋੜਾ ਜਿਹਾ ਤਾਂ ਗਿਆ, ਫਿਰ ਥੱਲੇ ਡਿੱਗ ਪਿਆ। ਵੇਖਦੇ ਪਏ ਕੌਤਕ ਆਪਣੀਆਂ ਅੱਖਾਂ ਦੇ ਨਾਲ। ਕਹਿਣ ਲੱਗੇ, ਜਦੋਂ ਮੁੜ ਕੇ ਫਿਰ ਕੀੜੇ ਨੇ ਯਤਨ ਕੀਤਾ ਨਾ ਕੰਧ ਤੇ ਚੜ੍ਹਨ ਦਾ, ਤੇ ਵੇਖਦੇ ਪਏ ਕੀੜਾ ਥੱਲੇ ਧਰਤੀ ਤੇ ਫਿਰ ਡਿੱਗ ਪਿਆ। ਇਹ ਗੱਲ ਵੇਖ ਕੇ ਭਗਵਾਨ ਰਾਮ ਜੀ ਹੱਸ ਪਏ। ਰਿਸ਼ੀ ਮੁਨੀ ਜਿਹੜੇ ਸਨ, ਸਾਧੂ ਸੰਤ ਤਪਸਵੀ, ਉਹ ਭਗਵਾਨ ਰਾਮ ਜੀਆਂ ਦੇ ਮੂੰਹ ਵੱਲ ਵੇਖਦੇ ਪਏ ਵੀ ਇਹ ਬਿਨਾਂ ਗੱਲ ਤੋਂ ਕੋਈ ਗੱਲ ਹਾਸੇ ਵਾਲੀ ਨਹੀਂ ਹੋਈ, ਤੇ ਹੱਸੇ ਕਿਉਂ ਨੇ? ਵੈਸੇ ਵੀ ਰਾਮ ਜੀਆਂ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ, ਮਰਿਆਦਾ ਵਿੱਚ ਰਹਿਣ ਵਾਲੇ। ਰਿਸ਼ੀਆਂ ਨੇ ਪੁੱਛ ਹੀ ਲਿਆ, ਲਛਮਣ ਵਰਗਿਆਂ ਨੇ ਪੁੱਛ ਹੀ ਲਿਆ, ਕਹਿਣ ਲੱਗੇ ਵੀ ਤੁਸੀਂ ਹੱਸੇ ਹੋ ਬਿਨਾਂ ਕਿਸੇ ਗੱਲ ਤੋਂ, ਇਹਦਾ ਕੋਈ ਕਾਰਨ ਤੇ ਜ਼ਰੂਰ ਹੋਵੇਗਾ। ਕੀ ਕਾਰਨ ਹੈ ਸਾਨੂੰ ਵੀ ਦੱਸ ਦਿਓ। ਤੇ ਭਗਵਾਨ ਰਾਮ ਜੀ ਕਹਿਣ ਲੱਗੇ ਕਾਰਨ ਇਹ ਆ ਵੀ ਆ ਜਿਹੜਾ ਸਾਹਮਣੇ ਕੀੜਾ ਨਾ ਟੁੱਟੀਆਂ ਲੱਤਾਂ ਵਾਲਾ, ਇਹਨੂੰ ਅਸੀਂ ਵੇਖਦੇ ਪਏ, ਇਹ ਚੜ੍ਹਦਾ ਪਿਆ ਕੰਧ ਦੇ ਉੱਪਰ, ਪਰ ਚੜ੍ਹਿਆ ਨਹੀਂ ਜਾਂਦਾ, ਥੱਲੇ ਡਿੱਗਦਾ ਪਿਆ। ਅਸੀਂ ਇਹਦੀ ਇਹ ਕਿਰਿਆ ਵੇਖਦੇ ਪਏ ਹਾਂ। ਕਦੇ ਸਮਾਂ ਸੀ ਇਹ ਸਵਰਗਾਂ ਦਾ ਰਾਜਾ ਇੰਦਰ ਸੀਗਾ, ਪਰ ਇਸ ਨੇ ਆਪਣੇ ਜਪ ਤਪ ਖਾ ਲਏ, ਇਸ ਵੇਲੇ ਇੱਕ ਜਨਮ ਦੇ ਵਿੱਚ ਆਇਆ, ਤੇ ਜਨਮ ਵੀ ਉਹ ਮਿਲਿਆ ਕੀੜੇ ਦਾ, ਤੇ ਕੀੜਾ ਵੀ ਉਹ ਬਣਿਆ ਜਿਹਦੀਆਂ ਲੱਤਾਂ ਟੁੱਟੀਆਂ ਹੋਈਆਂ। ਅਸੀਂ ਵੇਖਦੇ ਪਏ ਪਰਮਾਤਮਾ ਦੇ ਕੈਸੇ ਰੰਗ ਨੇ, ਕਦੇ ਸਵਰਗਾਂ ਦਾ ਰਾਜਾ ਬਣਾ ਦਿੰਦਾ ਹੈ, ਕਦੇ ਕੀੜਾ ਬਣਾ ਕੇ ਧਰਤੀ ਤੇ ਲੈ ਆਉਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਮੁਖਾ ਤੈਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਨਾਮ ਤਾਂ ਦਿੱਤਾ ਹੈ, ਜੇ ਨਾਮ ਜਪੇਗਾ ਨਾ ਸਵਰਗਾਂ ਵਿੱਚ ਜਾਣਾ ਪਵੇਗਾ, ਨਾ ਇੰਦਰ ਲੋਕ ਵਿੱਚ ਜਾਣਾ ਪਵੇਗਾ, ਨਾ ਤੈਨੂੰ ਬ੍ਰਹਮ ਜਾਂ ਸ਼ਿਵ ਲੋਕ ਵਿੱਚ ਜਾਣਾ ਪਵੇਗਾ। ਨਾਮ ਜਪੇ ਦੀ ਤੇਰੀ ਕਮਾਈ ਹੋਵੇਗੀ, ਤੈਨੂੰ ਸਿੱਧਾ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਸੱਚਖੰਡ ਦੀ ਪ੍ਰਾਪਤੀ ਵਾਲਾ ਬਣੇਗਾ, ਤੇ ਤੈਨੂੰ ਦੁਬਾਰਾ ਜਨਮਾਂ ਵਿੱਚ ਨਹੀਂ ਆਉਣਾ ਪਵੇਗਾ। ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜੀ ਨਾਮ ਦੀ ਦਾਤ ਸਾਨੂੰ ਬਖਸ਼ੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਿਹੜੇ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ੀ ਹੈ, ਜੇ ਇਹਨਾਂ ਬਚਨਾਂ ਦੇ ਉੱਪਰ ਪੂਰਾ ਰਵੇਂਗਾ, ਤੇ ਮਹਾਰਾਜ ਦਾ ਫਰਮਾਨ ਹੈ ਤੈਨੂੰ ਜਨਮਾਂ ਵਿੱਚ ਸੰਸਾਰ ਵਿੱਚ ਨਹੀਂ ਆਉਣਾ ਪਵੇਗਾ, ਨਹੀਂ ਤੇ ਇੰਦਰ ਵਰਗਿਆਂ ਨੂੰ ਵੀ ਜਨਮਾਂ ਵਿੱਚ ਆਉਣਾ ਪੈ ਗਿਆ। ਤੂੰ ਤੇ ਆਖਦਾ ਨਾ ਮੈਂ ਆਪ ਪੁੰਨ ਦਾਨ ਕਰਕੇ ਸਵਰਗਾਂ ਚਲੇ ਜਾਵਾਂ, ਸਵਰਗਾਂ 'ਚ ਜਾ ਕੇ ਕੀ ਕਰੇਂਗਾ? ਸਵਰਗਾਂ ਦਾ ਰਾਜਾ ਤੇ ਆਪ 'ਚ ਕੀੜਾ ਬਣਿਆ ਬੈਠਾ। ਪਰ ਜੇ ਤੂੰ ਜਪ ਕਰੇਂਗਾ, ਬੰਦਗੀ ਕਰੇਂਗਾ, ਨਾਮ ਜਪੇਂਗਾ, ਗੁਰੂ ਵਾਲਾ ਬਣੇਗਾ, ਪਰਮੇਸ਼ਰ ਦੀ ਪ੍ਰਾਪਤੀ ਵਾਲਾ ਬਣ ਜਾਵੇਗਾ, ਦੁਨੀਆ ਤੇ ਬਾਅਦ ਵਿੱਚ ਆਉਣਾ ਹੀ ਨਹੀਂ ਪਵੇਗਾ, ਲੇਖਾ ਜੋਖਾ ਖਤਮ ਹੋ ਜਾਵੇਗਾ। ਬਹੁਰ ਹਮ ਕਾਹੇ ਆਵੇਂਗੇ, ਇਹ ਭਗਤਾਂ ਨੇ ਤਾਂ ਆਖਿਆ ਵੀ ਮੈਂ ਹੁਣ ਦੁਬਾਰਾ ਆਉਣਾ ਹੀ ਨਹੀਂ, ਖਤਮ ਹੋ ਗਈ ਕਹਾਣੀ ਆਉਣ ਵਾਲੀ।
ਸਤਿਗੁਰੂ ਫਰਮਾਉਂਦੇ ਨੇ, ਕਹਿਣ ਲੱਗੇ ਓਛੇ ਤਪ ਕਰ ਬਾਹੁਰ ਐਬੋ, ਤਪ ਘਟੇਗਾ ਦੁਨੀਆ ਤੇ ਆਉਂਦਾ ਹੈ। ਕਿਆ ਮੰਗੋ ਕਿਛ ਥਿਰ ਕੀ ਮੰਗੀਏ ਨਾਹੀ, ਪਰਮਾਤਮਾ ਦੇ ਕੋਲੋਂ, ਦੁਨੀਆ ਤੇ ਕੁਝ ਰਹਿਣ ਵਾਲਾ ਹੈ ਹੀ ਨਹੀਂ, ਤੇ ਮੰਗੀਏ ਕਿ ਅੰਡ ਬਿਨਾਸੀ ਜੀਰ ਬਿਨਾਸੀ ਉਤਪੁਜ ਸੇਤ ਬਿਨਾਦਾ, ਗਿਰ ਬਸਦਾ ਜਲ ਪਵਨ ਜਾਏਗੋ। ਇਹ ਬਚਨ ਹੈ ਮਹਾਰਾਜ ਦਾ। ਕਹਿਣ ਲੱਗੇ ਅੰਡਜ ਖਾਣੀ ਖਤਮ ਹੋ ਜਾਣੀ ਹੈ, ਜੀਰਜ ਖਾਣੀ ਉਤਪੁਜ ਖਾਣੀ, ਜਿਨ੍ਹਾਂ ਖਾਣੀਆਂ ਵਿੱਚੋਂ ਜੀਵ ਪੈਦਾ ਹੁੰਦੇ ਨੇ, ਜਨਮ ਲੈਂਦੇ ਨੇ, ਉਹ ਪੈਦਾ ਹੋਣ ਵਾਲੀਆਂ ਖਾਣੀਆਂ ਹੀ ਖਤਮ ਹੋ ਜਾਣੀਆਂ, ਤੇ ਜੀਵ ਤੇ ਪੈਦਾ ਹੋਣੇ ਹੀ ਨੇ। ਅੰਡ ਬਿਨਾਸੀ ਜੀਰ ਬਿਨਾਸੀ ਉਤਪੁਜ ਸੇਤ ਬਿਨਾਦਾ, ਗਿਰ ਬਸਦਾ ਜਲ ਪਵਨ ਜਾਏਗੋ। ਇੱਕ ਸਮਾਂ ਆਵੇਗਾ ਜਦੋਂ ਪਹਾੜ ਨਹੀਂ ਰਹਿਣਗੇ, ਇੱਕ ਸਮਾਂ ਆਵੇਗਾ ਜਦੋਂ ਧਰਤੀ ਨਹੀਂ ਰਵੇਗੀ, ਇੱਕ ਸਮਾਂ ਆਵੇਗਾ ਜਦੋਂ ਪਾਣੀ ਨਹੀਂ ਹੋਵੇਗਾ, ਇੱਕ ਸਮਾਂ ਆਵੇਗਾ ਜਦੋਂ ਹਵਾ ਵੀ ਨਹੀਂ ਹੋਵੇਗੀ। ਇਹ ਸਭ ਕੁਝ ਨਾਸ ਹੋ ਜਾਣ ਵਾਲਾ ਹੈ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਇਹ ਬਚਨ ਲਿਖੇ ਨੇ, ਪਰਮਾਤਮਾ ਦੇ ਕੋਲੋਂ ਨਾਮ ਤੋਂ ਬਿਨਾਂ ਕੀ ਮੰਗੀਏ, ਜੋ ਵੀ ਮੰਗਾਂਗੇ ਕੋਈ ਸਦਾ ਵਾਸਤੇ ਰਹਿਣ ਵਾਲਾ ਨਹੀਂ। ਬ੍ਰਿਹ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੇ ਕੋਈ ਬੰਦਾ ਰੁੱਖ ਦੀ ਛਾਂ ਨਾਲ ਹੀ ਪ੍ਰੇਮ ਲਾ ਕੇ ਬਹਿ ਜਾਵੇ, ਮੈਂ ਜਿੱਥੇ ਸਵੇਰੇ ਮੰਜਾ ਡਾਹਿਆ ਹੈ, ਬਸ ਇਹ ਛਾਂ ਬੜੀ ਚੰਗੀ ਹੈ। ਜਦੋਂ ਸ਼ਾਮ ਪੈ ਗਈ ਨਾ, ਉਸ ਵੇਲੇ ਸੂਰਜ ਘੁੰਮ ਕੇ ਦੂਜੇ ਪਾਸੇ ਜਾਏਗਾ। ਜਿੱਥੇ ਸਵੇਰੇ ਛਾਂ ਸੀ ਉੱਥੇ ਧੁੱਪ ਆ ਜਾਣੀ, ਛਾਂ ਨਾਸ ਹੋ ਜਾਣੀ ਹੈ, ਛਾਵੇਂ ਬੈਠਣ ਵਾਲੇ ਨੂੰ ਪਛਤਾਉਣਾ ਹੀ ਪਵੇਗਾ। ਇਹ ਦੁਨੀਆ ਦੇ ਪਦਾਰਥ ਵੀ ਰੁੱਖ ਦੀ ਛਾਂ ਵਰਗੇ, ਕਦੇ ਆ ਗਏ ਕਦੇ ਚਲੇ ਗਏ, ਪਰ ਜਿਹੜਾ ਪਦਾਰਥਾਂ ਨਾਲ ਮੋਹ ਲਾ ਕੇ ਬੈਠੇਗਾ ਪਛਤਾਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੀ ਮੰਗੀਏ, ਕੋਈ ਦੁਨੀਆ ਤੇ ਸਦਾ ਰਹਿਣ ਵਾਲਾ ਨਹੀਂ ਹੈ। ਰਾਮ ਨਾਮ ਰਖ ਮਨ ਮਾਹੀ, ਇਸ ਕਰਕੇ ਲੋਈ ਜੀ ਇਹ ਛੱਡੋ ਮੰਗਣਾ, ਕੇਵਲ ਇੱਕ ਰਾਮ ਦੇ ਨਾਮ ਦਾ ਆਪਣੇ ਮਨ ਦੇ ਵਿੱਚ ਚਿੰਤਨ ਰੱਖੋ, ਚੇਤੇ ਕਰੋ, ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਓ। ਇਹ ਭਗਤ ਕਬੀਰ ਸਾਹਿਬ ਜੀ ਆਪਣੇ ਪਰਿਵਾਰ ਨੂੰ ਆਪਣੀ ਸੁਪਤਨੀ ਦੇ ਨਾਲ ਇਹ ਬਚਨ ਕਰਦੇ। ਬੰਦਾ ਜਿਹੜਾ ਨਾ ਦੁਨੀਆ ਨੂੰ ਸੁਧਾਰਨ ਦਾ ਯਤਨ ਕਰਦਾ, ਬਾਹਰ ਜਾ ਕੇ ਲੋਕਾਂ ਨੂੰ ਦੱਸਦਾ ਇੱਦਾਂ ਨਹੀਂ ਇੱਦਾਂ ਕਰੋ, ਪਰ ਘਰੇ ਕੋਈ ਨਹੀਂ ਮੰਨਦਾ। ਪਰ ਭਗਤ ਕਬੀਰ ਸਾਹਿਬ ਜੀ ਜਿੱਥੇ ਦੁਨੀਆ ਨੂੰ ਉਪਦੇਸ਼ ਦਿੰਦੇ, ਉੱਥੇ ਪਰਿਵਾਰ ਨੂੰ ਵੀ ਦਿੰਦੇ ਪਏ। ਕਹਿਣ ਲੱਗੇ ਛੱਡੋ ਇਹ ਮੰਗਣਾ ਮੰਗਾਉਣਾ ਪਦਾਰਥਾਂ ਦਾ, ਤੁਸੀਂ ਵੀ ਰਾਮ ਰਾਮ ਕਰਿਆ ਕਰੋ, ਤੁਸੀਂ ਵੀ ਨਾਮ ਜਪਿਆ ਕਰੋ, ਤੁਹਾਡਾ ਵੀ ਭਲਾ ਹੋਵੇ। ਰਾਮ ਨਾਮ ਰੱਖ ਮਨ ਮਾਹੀ, ਆਪਣੇ ਮਨ ਦੇ ਵਿੱਚ ਰਾਮ ਦੇ ਨਾਮ ਨੂੰ ਰੱਖਣਾ ਕਰੋ। ਰਹਾਓ ਸੋਭਾ ਰਾਜ ਵਿਪੈ ਵਡਿਆਈ, ਦੁਨੀਆ ਵਿੱਚ ਅਸੀਂ ਕੀ ਚਾਹੁੰਦੇ ਹਾਂ? ਸਭ ਤੋਂ ਵੱਡੀ ਗੱਲ ਅਸੀਂ ਇਹ ਚਾਹੁੰਦੇ ਹਾਂ ਸ਼ੋਭਾ, ਮੇਰੀ ਇਸ ਸੰਸਾਰ ਵਿੱਚ ਸ਼ੋਭਾ ਹੋਵੇ। ਮੈਂ ਜਿੱਧਰ ਨੂੰ ਜਾਵਾਂ ਨਾ ਲੋਕ ਮੇਰੇ ਨਾਲ ਹੋਣ, ਹਜੂਮ ਇਕੱਠਾ ਹੋਵੇ, ਅੱਗੇ ਪਿੱਛੇ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਮੇਰੀ ਹੋਵੇ। ਮੈਂ ਕਿਤੇ ਨਾ ਵੀ ਬੈਠਾ ਹੋਵਾਂ ਤੇ ਉੱਥੇ ਵੀ ਮੇਰੀ ਗੱਲ ਚੱਲੇ ਵੀ ਫਲਾਣਾ ਬੰਦਾ ਬੜਾ ਚੰਗਾ। ਜੇ ਮੈਂ ਚਲਾ ਜਾਵਾਂ ਮੈਨੂੰ ਫੁੱਲਾਂ ਦੇ ਹਾਰ ਅੱਗੋਂ ਪ੍ਰਾਪਤ ਹੋਣ, ਗੁਲਦਸਤੇ ਅੱਗੋਂ ਮਿਲਣ, ਮੈਨੂੰ ਜੀ ਆਇਆਂ ਕਹਿਣ ਵਾਲੇ ਹੋਣ। ਹਰੇਕ ਵਿਅਕਤੀ ਸ਼ੋਭਾ ਚਾਹੁੰਦਾ ਵੀ ਮੇਰੀ ਸ਼ੋਭਾ ਹੋਵੇ, ਮੈਨੂੰ ਕੁਰਸੀ ਮਿਲੇ, ਮੈਨੂੰ ਮਾਣ ਸਨਮਾਨ ਮਿਲੇ। ਕੁਰਸੀ ਨੂੰ ਲੋਕ ਕਿਉਂ ਭਜਦੇ ਨੇ? ਕੁਰਸੀ ਨੂੰ ਤਾਂ ਹੀ ਭੱਜਿਆ ਜਾਂਦਾ ਨਾ ਵੀ ਕੁਰਸੀ ਤੇ ਬੈਠਾਂਗਾ ਤੇ ਸਤਿਕਾਰਯੋਗ ਬਣਾਂਗਾ, ਲੋਕ ਮੈਨੂੰ ਸਲਾਮ ਕਰਨਗੇ, ਲੋਕ ਮੈਨੂੰ ਨਮਸਕਾਰਾਂ ਕਰਨਗੇ, ਮੈਨੂੰ ਪੁੱਛ ਕੇ ਚੱਲਣਗੇ। ਕੁਰਸੀ ਭਾਵੇਂ ਰਾਜਨੀਤਿਕ ਹੋਵੇ ਤੇ ਭਾਵੇਂ ਧਰਮ ਦੀ ਹੋਵੇ, ਹਰੇਕ ਬੰਦਾ ਕੁਰਸੀ ਦੇ ਪਿੱਛੇ ਹੀ ਦੌੜਿਆ। ਤੇ ਕੁਰਸੀ ਦੇ ਬਦਲੇ ਜਿੰਨੀ ਮਰਜ਼ੀ ਆਪਣੀ ਬੇਇੱਜ਼ਤੀ ਕਰਾਉਣੀ ਪਵੇ, ਜਿੰਨੀਆਂ ਮਰਜ਼ੀ ਗੱਲਾਂ ਸੁਣਨੀਆਂ ਪੈਣ, ਜੋ ਮਰਜ਼ੀ ਦੁਨੀਆ ਕਵੇ, ਪਰ ਕੁਰਸੀ ਚਾਹੀਦੀ ਹੈ, ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਰਾਜਨੀਤਿਕ ਹੋਵੇ। ਰਾਜਨੀਤਿਕ ਕੁਰਸੀ ਮਿਲੇਗੀ ਤੇ ਹੁਕਮ ਚੱਲੇਗਾ, ਸ਼ੋਭਾ ਮਿਲੇਗੀ, ਵਡਿਆਈ ਹੋਵੇਗੀ, ਲੋਕ ਮੁਸ਼ਕਲਾਂ ਦੱਸਣਗੇ, ਜੈ ਜੈਕਾਰ ਗੋਡੀ ਪੈਰੀ ਹੱਥ ਲਾਉਣਗੇ। ਇਸੇ ਤਰ੍ਹਾਂ ਭਾਵੇਂ ਮੰਦਰ ਹੈ, ਭਾਵੇਂ ਮਸੀਤ ਹੈ, ਭਾਵੇਂ ਚਰਚ ਹੈ, ਭਾਵੇਂ ਗੁਰਦੁਆਰਾ, ਜੇ ਕੁਰਸੀ ਮਿਲੇਗੀ ਤੇ ਇੱਥੇ ਵੀ ਜੈ ਜੈਕਾਰ ਹੋਵੇਗੀ, ਮਾਣ ਸਨਮਾਨ ਮਿਲੇਗਾ। ਹਰੇਕ ਬੰਦਾ ਸ਼ੋਭਾ ਚਾਹੁੰਦਾ ਵੀ ਸ਼ੋਭਾ ਹੋਵੇ। ਮਹਾਰਾਜ ਕਹਿਣ ਲੱਗੇ ਹਰੇਕ ਬੰਦੇ ਨੂੰ ਸ਼ੋਭਾ ਚਾਹੀਦੀ ਹੈ। ਪਹਿਲਾ ਬਚਨ ਇਹ ਹੈ ਸੰਸਾਰ ਦੇ ਵਿੱਚ
ਤੇ ਦੂਜਾ ਬਚਨ ਹੈ ਰਾਜ ਵਿਵੈ। ਰਾਜ ਭਾਗ ਕੋਲ ਹੋਵੇ ਤੇ ਨਾਲ ਮੇਰੇ ਕੋਲ ਧਨ ਵੀ ਹੋਵੇ, ਵੱਡਿਆਂ ਖਜ਼ਾਨਿਆਂ ਦਾ ਮੈਂ ਮਾਲਕ ਹੋਵਾਂ, ਮੇਰੇ ਕੋਲ ਇਹੋ ਜਿਹੇ ਖਜ਼ਾਨੇ ਇਹ ਹੀਰੇ ਮੋਤੀ ਜਵਾਹਰਾਤ ਹੋਣ ਵੀ ਮੇਰੇ ਵਰਗੇ ਕਿਸੇ ਕੋਲ ਹੋਣ ਨਾ, ਐਡਾ ਵੱਡਾ ਰਾਜ ਮੈਨੂੰ ਮਿਲੇ, ਮੈਂ ਰਾਜ ਭਾਗ ਦਾ ਮਾਲਕ ਹੋਵਾਂ, ਖਜ਼ਾਨੇ ਮੇਰੇ ਕੋਲ ਹੁਣ, ਮੇਰੇ ਹੁਕਮ ਚੱਲਦੇ ਹੋ। ਤੇ ਤੀਜਾ ਮਹਾਰਾਜ ਨੇ ਬਚਨ ਵਰਤਿਆ ਮੈਨੂੰ ਪਰਲੋਕ ਦੀ ਵਡਿਆਈ ਵੀ ਮਿਲੇ, ਕੱਲੀ ਲੋਕ ਦੀ ਨਹੀਂ ਪਰਲੋਕ ਦੀ ਵੀ। ਜਦੋਂ ਮੈਂ ਪਰਲੋਕ ਨੂੰ ਜਾਵਾਂ ਦੇਵਤੇ ਜੈ ਜੈਕਾਰ ਕਰਨ, ਦੇਵਤੇ ਜੀ ਆਇਆ ਕਹਿਣ, ਦੇਵਤੇ ਮੈਨੂੰ ਸਨਮਾਨ ਦੇਣ, ਇਹੋ ਜਿਹਾ ਮੈਨੂੰ ਪਰਲੋਕ ਦੇ ਵਿੱਚ ਵੀ ਮਾਣ ਮਿਲੇ। ਪਰ ਇਹ ਪਰਲੋਕ ਦਾ ਮਾਣ ਲੈਣ ਵਾਸਤੇ ਇੱਥੇ ਜਪ ਕਰਨਾ ਪਵੇਗਾ, ਤਪ ਕਰਨਾ ਪਵੇਗਾ, ਪੁੰਨ ਦਾਨ ਕਰਨਾ ਪਵੇਗਾ। ਇਹ ਸਾਰਾ ਕੁਝ ਕਰੇਗਾ ਤਾਂ ਜਾ ਕੇ ਪਰਲੋਕ ਦੇ ਵਿੱਚ ਤੈਨੂੰ ਮਾਣ ਸਨਮਾਨ ਮਿਲਣਾ। ਚਲੋ ਮੰਨ ਵੀ ਲਿਆ, ਇਸ ਦੁਨੀਆ ਵਿੱਚ ਵੀ ਸਤਿਕਾਰ ਲੈ ਲਿਆ, ਇਸ ਦੁਨੀਆ ਵਿੱਚ ਵੀ ਸ਼ੋਭਾ ਹੋ ਗਈ ਹੈ, ਜੈ ਜੈਕਾਰ ਹੋ ਗਈ। ਉਸ ਤੋਂ ਬਾਅਦ ਵੀ ਜੈ ਜੈਕਾਰ ਦੇ ਨਾਲ ਨਾਲ ਤੈਨੂੰ ਰਾਜ ਵੀ ਮਿਲ ਗਿਆ, ਤੈਨੂੰ ਖਜ਼ਾਨੇ ਵੀ ਮਿਲ ਗਏ, ਹਾਥੀ ਘੋੜੇ ਵੀ ਮਿਲ ਗਏ, ਇੱਥੋਂ ਦਾ ਵੀ ਸਭ ਕੁਝ ਪਾ ਲਿਆ। ਇੰਨੇ ਜਪ ਤਪ ਕੀਤੇ ਵੀ ਜਦੋਂ ਪਰਲੋਕ ਨੂੰ ਜਾਵੇਂਗਾ, ਪਰਲੋਕ ਦੇ ਵਿੱਚ ਵੀ ਉੱਥੇ ਵਡਿਆਈ ਮਿਲੇਗੀ, ਜੈ ਜੈਕਾਰ ਹੋਵੇਗੀ। ਮਹਾਰਾਜ ਕਹਿਣ ਲੱਗੇ ਮੰਨ ਲਓ ਜੇ ਸਭ ਕੁਝ ਮਿਲ ਜਾਂਦਾ ਹੈ, ਅੰਤ ਨ ਕਾਹੋ ਸੰਗ ਸਹਾਈ। ਪਰ ਮਹਾਰਾਜ ਕਹਿਣ ਲੱਗੇ ਉਹ ਭਲਿਆ ਅੰਤ ਵੇਲੇ ਇਹਨਾਂ ਵਿੱਚੋਂ ਕਿਸੇ ਨੇ ਸਹਾਇਤਾ ਨਹੀਂ ਉਹ ਕਰਨੀ। ਜਿਹੜੀ ਆ ਦੁਨੀਆ ਦੀ ਸ਼ੋਭਾ ਹੁੰਦੀ ਹੈ ਨਾ ਜੈ ਜੈਕਾਰ ਕੁਰਸੀ ਕਰਕੇ, ਤੇ ਜਦੋਂ ਲੇਖਾ ਪੈ ਗਿਆ ਨਾ ਜਮਾਂ ਨੂੰ ਦੇਣਾ, ਤੇ ਉੱਥੇ ਕੁਰਸੀ ਨੇ ਨਹੀਂ ਉਹ ਬਚਾਉਣਾ, ਨਾ ਜਿਹੜੇ ਤੇਰੇ ਮਗਰ ਜੈ ਜੈਕਾਰ ਕਰਦੇ ਫਿਰਦੇ ਨਾ ਉਹਨਾਂ ਨੇ ਬਚਾਉਣਾ। ਜਿਹੜੇ ਕੱਲ ਤੈਨੂੰ ਫੁੱਲਾਂ ਦੇ ਹਾਰ ਪਾਉਂਦੇ ਸਨ, ਗੁਲਦਸਤੇ ਪਾਉਂਦੇ ਸਨ, ਉਹਨਾਂ ਨੇ ਜਮਾਂ ਦੀ ਮਾਰ ਤੋਂ ਤੈਨੂੰ ਬਚਾਉਣਾ ਨਹੀਂ। ਅੰਤ ਨਾ ਕਾਹੂ ਸੰਗ ਸਹਾਈ, ਅੰਤ ਵੇਲੇ ਇਹਨਾਂ ਨੇ ਸਹਾਇਤਾ ਨਹੀਂ ਕਰਨੀ। ਤੇ ਦੂਜਾ ਬਚਨ ਆਪਾਂ ਸਰਵਣ ਕੀਤਾ ਸੀ ਕਿ ਰਾਜ ਮਿਲ ਜਾਵੇ ਤੇ ਧਨ ਮਿਲ ਜਾਵੇ, ਜਿੰਨੇ ਮਰਜ਼ੀ ਖਜ਼ਾਨੇ ਜਮ੍ਹਾਂ ਕਰ ਲਾ, ਹੀਰਿਆਂ ਦੇ, ਮੋਤੀ ਦੇ, ਸੋਨੇ ਦੇ, ਚਾਂਦੀ ਦੇ, ਹਾਥੀ ਘੋੜੇ ਜਵਾਹਰਾਤ, ਜਿੱਡਾ ਮਰਜ਼ੀ ਵੱਡਾ ਰਾਜ ਬਣਾ ਲਾ, ਇਹ ਰਾਜ ਨੇ ਵੀ ਤੈਨੂੰ ਜਮਾਂ ਕੋਲੋਂ ਨਹੀਂ ਬਚਾਉਣਾ ਤੇ ਧਨ ਨੇ ਵੀ ਨਹੀਂ ਬਚਾਉਣਾ। ਜੇ ਰਾਜੇ ਬਚਦੇ ਹੋਣ ਤੇ ਉਹਨਾਂ ਨੂੰ ਮੌਤ ਕਿਉਂ ਆਵੇ? ਪਰ ਮਹਾਰਾਜ ਕਹਿਣ ਲੱਗੇ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਮੌਤ ਰਾਜੇ ਨੂੰ ਵੀ ਉਸੇ ਤਰ੍ਹਾਂ ਹੀ ਆਉਂਦੀ ਹੈ ਜਿਵੇਂ ਭਿਖਾਰੀ ਨੂੰ ਆਉਂਦੀ ਹੈ। ਰਾਜੇ ਵੀ ਬਿਮਾਰ ਹੁੰਦੇ ਨੇ, ਵੱਡੇ ਵੱਡੇ ਅਮੀਰ ਲੋਕ ਵੀ ਬਿਮਾਰ ਹੁੰਦੇ, ਬਿਮਾਰੀਆਂ ਉਹਨਾਂ ਨੂੰ ਵੀ ਲੱਗਦੀਆਂ। ਵੱਡੇ ਵੱਡੇ ਡਾਕਟਰ ਹਕੀਮ ਕੋਲ ਉਹਨਾਂ ਨੂੰ ਵੀ ਜਾਣਾ ਪੈਂਦਾ, ਉਹਨਾਂ ਨੂੰ ਵੀ ਸਾਡੇ ਵਰਗੇ ਪਰਹੇਜ਼ ਕਰਨੇ ਪੈਂਦੇ ਨੇ, ਉਹਨਾਂ ਨੂੰ ਵੀ ਮੰਜੇ ਤੇ ਪੈ ਕੇ ਤੜਫਣਾ ਪੈਂਦਾ, ਭਾਵੇਂ ਕੋਈ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਰਾਜ ਦੀ ਵਿਭੂਤੀ, ਇਹ ਅਮੀਰੀ, ਇਹ ਧਨ ਪਦਾਰਥ, ਇਹਨਾਂ ਨੇ ਵੀ ਤੈਨੂੰ ਜਮਾਂ ਤੋਂ ਬਚਾਉਣਾ ਨਹੀਂ। ਤੇ ਤੀਜਾ ਬਚਨ ਸੀ ਵਡਿਆਈ। ਪਰਲੋਕ ਦੇ ਵਿੱਚ ਜੇ ਇੱਕ ਸਮੇਂ ਵਡਿਆਈ ਹੋ ਵੀ ਗਈ ਹੈ ਨਾ, ਉਹ ਵਡਿਆਈ ਕੁਝ ਸਮੇਂ ਵਾਸਤੇ ਹੈ। ਜਿਵੇਂ ਆਪਾਂ ਪਹਿਲਾਂ ਬਚਨ ਸਰਵਣ ਕੀਤਾ ਸੀ ਕਿ ਜਿੰਨਾ ਕੁ ਤੇਰਾ ਤਪ ਹੈ, ਜਪ ਹੈ, ਉਹਨਾਂ ਕੁ ਚਿਰ ਤੇਰੀ ਪਰਲੋਕ ਦੇ ਵਿੱਚ ਵਡਿਆਈ ਹੋਵੇਗੀ। ਪਰ ਜਦੋਂ ਜਪ ਤੇ ਤਪ ਖਤਮ ਹੋ ਗਏ, ਉਸ ਵੇਲੇ ਤੈਨੂੰ ਜਮਾਂ ਦੇ ਵੱਸ ਪੈਣਾ ਹੈ। ਮਹਾਰਾਜ ਕਹਿਣ ਲੱਗੇ ਕਿ ਬ੍ਰਹਮ ਮਹੇਸ਼ਰ ਬਿਸ਼ਨ ਸਚੀਪਤ, ਅੰਤ ਫਸੇ ਜਬ ਫਾਸ ਪਰੇਂਗੇ। ਹੁਣ ਤੇਰਾ ਤਪ ਜੇ ਮੰਨ ਲਓ ਬਰਮਾ ਵਰਗਾ ਹੋ ਜਾਵੇ, ਸ਼ਿਵ ਜੀ ਵਰਗਾ ਹੋ ਜਾਵੇ, ਇੰਦਰ ਵਰਗਾ ਹੋ ਜਾਵੇ, ਪਹਿਲੀ ਤੇ ਗੱਲ ਇੰਨਾ ਤਪ ਤੇਰੇ ਕੋਲੋਂ ਹੋਣਾ ਨਹੀਂ। ਪਰ ਮੰਨ ਲਓ ਜੇ ਤੂੰ ਕਰ ਵੀ ਲਵੇਂ, ਜਮਾਂ ਦੀ ਫਾਈ ਤੇ ਉਹਨਾਂ ਦੇ ਗਲ ਵਿੱਚ ਵੀ ਪਈ ਹੈ, ਲੇਖਾ ਤੇ ਉਹਨਾਂ ਨੂੰ ਵੀ ਦੇਣਾ ਪਵੇਗਾ, ਤੈਨੂੰ ਕਿਉਂ ਨਹੀਂ ਦੇਣਾ ਪਵੇਗਾ? ਜਿੰਨੀ ਮਰਜ਼ੀ ਵਡਿਆਈ ਲੈ ਲਾ ਦੁਨੀਆ ਦੀ, ਪਰ ਇਹ ਵਡਿਆਈ ਅੰਤ ਵੇਲੇ ਨਾਲ ਨਹੀਂ ਤੁਰਦੀ ਹੈ। ਪੁੱਤਰ ਕਲੱਤਰ ਲక్ష్ਮੀ ਮਾਇਆ। ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਬੀਰ ਸਾਹਿਬ ਜੀ ਵੇਖੋ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਨਾਲ ਹਰ ਵੇਲੇ ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਇਹਨਾਂ ਤੋਂ ਸੁੱਖ ਮੈਂ ਲੈ ਲਵਾਂਗਾ, ਰਾਜ ਨੇ ਸੁੱਖ ਨਹੀਂ ਦਿੱਤਾ ਤੇ ਤਾਂ ਕੀ ਹੋਇਆ? ਦੁਨੀਆ ਦੀ ਜੈ ਜੈਕਾਰ ਨੇ ਸੁੱਖ ਨਹੀਂ ਦਿੱਤਾ ਤੇ ਤਾਂ ਕੀ ਹੋਇਆ? ਪਰਿਵਾਰ ਤੇ ਮੇਰਾ ਮੇਰੇ ਨਾਲ ਹੈ ਨਾ, ਇਹਨਾਂ ਤੋਂ ਮੈਨੂੰ ਸੁੱਖ ਮਿਲ ਜਾਏਗਾ ਨਾ। ਕਬੀਰ ਸਾਹਿਬ ਜੀ ਕਹਿਣ ਲੱਗੇ ਸਭ ਤੋਂ ਵੱਡਾ ਆਸਰਾ ਦੁਨੀਆ ਦੇ ਲੋਕਾਂ ਨੇ ਪੁੱਤਰ ਦਾ ਮੰਨਿਆ, ਵੀ ਜੇ ਪੁੱਤਰ ਹੁੰਦਾ ਤੇ ਆਹ ਕੰਮ ਕਰਦਾ। ਕਿਸੇ
ਕਿਸੇ ਦਾ ਪੁੱਤਰ ਮਰ ਜਾਵੇ ਨਾ ਤੇ ਉਹ ਗੱਲ ਗੱਲ ਤੇ ਯਾਦ ਕਰਦੇ ਵੀ ਜੇ ਅੱਜ ਹੁੰਦਾ ਤਾਂ ਉਹਨੇ ਆਹ ਕਰਨਾ ਸੀ, ਜੇ ਅੱਜ ਹੁੰਦਾ ਤਾਂ ਉਹਨੇ ਆਹ ਕਰ ਦੇਣਾ ਸੀ। ਭਾਵੇਂ ਕਿ ਉਹ ਨਾ ਹੀ ਕਰਦਾ ਪਰ ਫਿਰ ਵੀ ਇੱਕ ਆਸ ਹੈ। ਵੀਰ ਸਾਹਿਬ ਜੀ ਕਹਿਣ ਲੱਗੇ ਪੁੱਤਰਾਂ ਦੇ ਕੋਲੋਂ ਕਿਸੇ ਨੇ ਸੁੱਖ ਨਹੀਂ ਪਾਇਆ। ਕੋਈ ਮਤਾ ਸੋਚੇ ਵੀ ਮੈਨੂੰ ਸੁੱਖ ਮਿਲ ਜਾਏਗਾ, ਪੁੱਤਰ ਹੋਣਗੇ। ਜਿਨ੍ਹਾਂ ਦੇ ਬੜੇ ਬੜੇ ਪੁੱਤਰ ਸਨ ਦੁਨੀਆ ਤੋਂ ਤੇ ਉਹਨਾਂ ਨੂੰ ਵੀ ਜਾਣਾ ਪਿਆ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। 1 ਲੱਖ ਪੁੱਤਰ ਰਾਵਣ ਦਾ ਐਡਾ ਵੱਡਾ ਤੇ ਨਹੀਂ ਨਾ ਕਿਸੇ ਦਾ ਪਰਿਵਾਰ ਹੋ ਸਕਦਾ। 1.25 ਲੱਖ ਪੋਤਰਾ ਉਹਦੇ ਘਰ ਦੀ ਸਰਕਾਰ ਬਣਾ ਸਕਦਾ, ਇੰਨੇ ਵੱਡੇ ਪਰਿਵਾਰ ਵਾਲਾ। ਪਰ ਕਹਿਣ ਲੱਗੇ ਸੁੱਖ ਤੇ ਰਾਵਣ ਨੂੰ ਨਹੀਂ ਮਿਲਿਆ। ਰਾਵਣ ਵੀ ਤੜਫਦਾ ਰਿਹਾ, ਹਰ ਵੇਲੇ ਲੜਾਈਆਂ ਝਗੜੇ ਹੀ ਕਰਦਾ ਰਿਹਾ। ਵੱਡੇ ਪੁੱਤਰਾਂ ਦੇ ਨਾਲ, ਬਹੁਤੇ ਪੁੱਤਰਾਂ ਦੇ ਨਾਲ ਵੀ ਸੁੱਖ ਨਹੀਂ ਮਿਲਦਾ। ਇਹ ਤੇਰੇ ਮਨ ਦਾ ਵਹਿਮ ਹੈ। 4-4 ਪੁੱਤਰਾਂ 5-5 ਪੁੱਤਰਾਂ ਦੇ ਮਾਪੇ ਵੀ ਜਿਹੜੇ ਨੇ ਬਿਰਧ ਆਸ਼ਰਮ ਦੇ ਵਿੱਚ ਬੈਠੇ ਹੋਏ ਨੇ। 5-5 6-6 ਬੱਚੇ ਉਹਨਾਂ ਦੇ। ਕਦੇ ਸਮਾਂ ਸੀ ਲੋਕ ਉਹਨਾਂ ਨੂੰ ਕਰਮਾਂ ਵਾਲਾ ਕਹਿੰਦੇ ਸੀ ਵੀ ਆਹ ਬੀਬੀ ਬੜੀ ਕਰਮਾਂ ਵਾਲੀ ਹੈ। ਕਿਉਂ ਕਰਮਾਂ ਵਾਲੀ ਹੈ? ਵੀ ਇਹਦੇ 5 ਪੁੱਤਰ ਨੇ, ਇਹਦੇ 5 ਪੁੱਤਰਾਂ ਨੂੰ ਜਨਮ ਦਿੱਤਾ ਹੈ। ਜੇ ਕਿਸੇ ਨੂੰ ਗੁੜਤੀ ਦਵਾਉਣੀ ਹੈ ਤੇ ਇਹਦੇ ਕੋਲੋਂ ਦਵਾਓ, ਇਹ ਕਰਮਾਂ ਵਾਲੀ ਹੈ। ਕੋਈ ਚੰਗਾ ਕੰਮ ਕਰਨਾ ਤੇ ਪਹਿਲਾਂ ਇਹਦੇ ਪੈਰ ਪਵਾਓ। ਜਿਹਨੂੰ ਸਤਿਕਾਰ ਮਿਲਦਾ ਸੀ ਨਾ, ਉਹ ਮਾਈ ਵਿਚਾਰੀ ਅੱਜ ਬਿਰਧ ਆਸ਼ਰਮ ਵਿੱਚ ਬੈਠੀ ਹੈ। 5 ਪੁੱਤਰਾਂ ਨੂੰ ਅਫਸਰੀ ਤੇ ਮਿਲ ਗਈ ਹੈ, ਪਦਵੀ ਤੇ ਮਿਲ ਗਈ ਹੈ, ਮੰਜ਼ਲ ਤੇ ਮਿਲ ਗਈ ਹੈ, ਪਰ 5 ਪੁੱਤਰ ਇੱਕ ਮਾਂ ਨਹੀਂ ਸਾਂਭ ਸਕੇ। ਉਹ ਵਿਚਾਰੀ ਰੁਲਦੀ ਪਈ। ਅੱਜ ਉਹਨੂੰ ਪੁੱਛਦਾ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਦੁਨੀਆ ਦੇ ਲੋਕ ਇਹ ਸੋਚਦੇ ਨੇ ਵੀ ਪੁੱਤਰ ਹੋਣਗੇ ਸੁੱਖ ਮਿਲੇਗਾ, ਪਰ ਇੱਥੇ ਦੇ ਪੁੱਤਰਾਂ ਬਾਰੇ ਵੀ ਰੁਲਦੇ ਪਏ ਨੇ। ਪੁੱਤਰਾਂ ਵਾਲੇ ਵੀ ਦੁਖੀ ਨੇ। ਪੁੱਤਰਾਂ ਦੇ ਵਿੱਚੋਂ ਸੁੱਖ ਨਹੀਂ ਕਿਸੇ ਨੇ ਖੱਟਿਆ। ਹੁਣ ਗੁਰਮੁਖੋ ਸ਼ਾਹਜਹਾਨ ਬਾਦਸ਼ਾਹ ਦੇ 4 ਪੁੱਤਰ ਸਨ। 4 ਪੁੱਤਰਾਂ ਨੂੰ ਉਹਨੇ ਵੱਖੋ ਵੱਖਰਾ ਰਾਜ ਦਿੱਤਾ। ਇੱਕ ਨੂੰ ਪਟਨੇ ਦਾ ਦੇ ਦਿੱਤਾ, ਇੱਕ ਨੂੰ ਬੰਗਾਲ ਦਾ ਦੇ ਦਿੱਤਾ, ਇੱਕ ਨੂੰ ਅਸਾਮ ਦਾ ਦੇ ਦਿੱਤਾ। ਇੱਕ ਪੁੱਤਰ ਉਹਨੇ ਕੋਲ ਰੱਖ ਲਿਆ ਵੀ ਇਹ ਮੇਰੀ ਸੇਵਾ ਕਰੇਗਾ। ਪਰ ਜਦੋਂ ਸਮਾਂ ਆਇਆ ਨਾ, ਉਸੇ ਬਾਦਸ਼ਾਹ ਨੂੰ ਖਾਣ ਵਾਸਤੇ ਰੋਟੀ ਤੇ ਪੀਣ ਵਾਸਤੇ ਪਾਣੀ ਬੰਦ ਕਰ ਦਿੱਤਾ ਵੀ ਰੋਟੀ ਪਾਣੀ ਨਹੀਂ ਦੇਣਾ ਇਹਨੂੰ। ਕੰਕਰਾਂ ਵਾਲਾ ਗੰਦਾ ਪਾਣੀ, ਮਿੱਟੀ ਵਾਲਾ ਅਤੇ ਕੰਕਰਾਂ ਵਾਲਾ ਗੰਦਾ ਖਾਣਾ, ਜਿਹਨੂੰ ਖਾ ਕੇ ਬੰਦਾ ਮਰ ਜਾਵੇ ਜਾਂ ਬਿਮਾਰ ਹੋ ਜਾਏ। ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਏਡਾ ਵੱਡਾ, ਤੇ 4 ਪੁੱਤਰ ਹੋਣ, ਉਹ ਵੀ ਗਵਰਨਰ ਲੱਗੇ ਹੋਣ, ਵੱਡੀ ਅਫਸਰੀ ਉਹਨਾਂ ਨੂੰ ਮਿਲੀ ਹੋਵੇ, ਸਾਰੇ ਹਿੰਦੁਸਤਾਨ ਦਾ ਰਾਜ 4 ਪੁੱਤਰ ਕਰਦੇ ਹੋਣ ਤੇ ਬਾਪ ਰੋਟੀ ਤੋਂ ਤਰਸਦਾ ਪਿਆ। ਹੁਕਮ ਹੋਇਆ ਰਾਜੇ ਦਾ ਇਸ ਸ਼ਾਹਜਹਾਨ ਬਾਦਸ਼ਾਹ ਨੂੰ ਦਿੱਲੀ ਦੀ ਕੈਦ ਵਿੱਚੋਂ ਕੱਢ ਕੇ ਲਾਹੌਰ ਦੀ ਕੈਦ ਵਿੱਚ ਪਾਇਆ ਜਾਏ। ਹਾਥੀ ਦੇ ਉੱਪਰ ਬਿਠਾ ਲਿਆ ਬੰਨ੍ਹ ਕੇ ਵੀ ਚਲੋ ਤੈਨੂੰ ਲੈ ਕੇ ਚਲੀਏ। ਤੂੰ ਚੱਲਦਾ ਚੱਲਦਾ ਆਇਆ ਨਾ ਤੇ ਉਹਨੂੰ ਭੁੱਖ ਲੱਗੀ ਤੇ ਵੇਖਿਆ ਵੀ ਰਸਤੇ ਦੇ ਵਿੱਚ ਛੋਲਿਆਂ ਦੇ ਖੇਤ ਨੇ, ਛੋਲਿਆਂ ਦੇ ਕੱਚੇ ਛੋਲੇ। ਉਹਨਾਂ ਨੂੰ ਪਤਾ ਹੈ ਵੀ ਮੈਨੂੰ ਇਹਨਾਂ ਨੇ ਰੋਟੀ ਨਹੀਂ ਖਾਣ ਦੇਣੀ। ਭੁੱਖ ਜਦੋਂ ਲੱਗੀ ਹੋਵੇ ਨਾ ਫਿਰ ਬੰਦਾ ਕੁਝ ਨਹੀਂ ਵੇਖਦਾ, ਸਭ ਕੁਝ ਦੱਬ ਜਾਂਦਾ ਜੋ ਮਿਲੇ। ਹਾਥੀ ਤੇ ਬੈਠੇ ਨੇ, ਫਿਰ ਬਹਾਨਾ ਲਾਇਆ, ਕਹਿਣ ਲੱਗਾ ਮੇਰੇ ਪੇਟ ਵਿੱਚ ਗੜਬੜ ਹੋ ਗਈ ਹੈ, ਮੈਨੂੰ ਥੱਲੇ ਉਤਾਰੋ, ਮੈਂ ਆਪਣਾ ਪੇਟ ਸਾਫ਼ ਕਰ ਲਵਾਂ। ਭਾਈਆਂ ਨੇ ਥੱਲੇ ਉਤਾਰਿਆ ਪਰ ਇਹਦੀਆਂ ਹੱਥ ਕੜੀਆਂ ਨਹੀਂ ਖੋਲੀਆਂ। ਹਿੰਦੁਸਤਾਨ ਦੇ ਬਾਦਸ਼ਾਹ ਦੇ 4 ਪੁੱਤਰ ਨੇ, ਹੱਥ ਕੜੀਆਂ ਨਹੀਂ ਖੋਲੀਆਂ। ਹੱਥ ਬੱਝੇ ਹੀ ਰਹਿਣਗੇ, ਜਾ ਜੋ ਤੂੰ ਕਰਨਾ ਖੇਤ ਵਿੱਚ ਕਰਿਆ। ਤੇ ਪੇਟ ਵਿੱਚ ਗੜਬੜ ਤੇ ਤਾਂ ਹੀ ਹੋਣੀ ਹੈ ਨਾ, ਪੇਟ ਤੇ ਸਾਫ਼ ਤਾਂ ਹੀ ਹੋਣਾ ਜੇ ਪੇਟ ਵਿੱਚ ਕੁਝ ਗਿਆ ਹੋਵੇ। ਖਾਧਾ ਤੇ ਉਹਨੇ ਕੁਝ ਹੈ ਨਹੀਂ। ਤੇ ਫਿਰ ਛੋਲਿਆਂ ਦੇ ਖੇਤ ਦੀਆਂ ਜਿਹੜੀਆਂ ਡੱਡਰੀਆਂ ਨੇ, ਜਿਵੇਂ ਬੱਕਰੀ ਖਾਂਦੀ ਹੈ ਨਾ, ਬੱਕਰੀ ਦੇ ਵਾਂਗ ਉਹ ਡੱਡਰੀਆਂ ਮੂੰਹ ਵਿੱਚ ਪਾ ਪਾ ਕੇ ਤੇ ਲੁਕ ਲੁਕ ਕੇ ਖਾਂਦਾ ਪਿਆ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਓ। ਪਰਮਾਤਮਾ ਦੀ ਨਜ਼ਰ ਕਿਤੇ ਪੁੱਠੀ ਨਾ ਹੋ ਜਾਵੇ, ਵਿਗੜ ਨਾ ਜਾਵੇ। ਵੱਡੇ ਵੱਡੇ ਬਾਦਸ਼ਾਹਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੰਦਾ। ਹੁਣ ਸ਼ਾਹਜਹਾਨ ਬਾਦਸ਼ਾਹ ਦੇ 4 ਪੁੱਤਰ ਨੇ, 4 ਹੀ ਹਿੰਦੁਸਤਾਨ ਦੇ ਰਾਜ ਨੂੰ ਸਾਂਭਦੇ ਪਏ ਨੇ, ਪਰ 4 ਪੁੱਤਰਾਂ ਵਿੱਚੋਂ ਬਾਦਸ਼ਾਹ ਨੂੰ ਸੁੱਖ ਨਹੀਂ ਮਿਲਿਆ। ਵਿਚਾਰੇ ਨੂੰ ਪਸ਼ੂਆਂ ਦੇ ਵਾਂਗ ਖੇਤ ਵਿੱਚ ਚਰਨਾ ਪੈ ਰਿਹਾ ਹੈ ਆਪਣੀ ਜ਼ਿੰਦਗੀ ਬਚਾਉਣ ਵਾਸਤੇ। ਦੁਨੀਆ ਦੇ ਲੋਕ ਆਖਦੇ ਪੁੱਤਰ ਸੁੱਖ ਦੇਵੇਗਾ। ਮਹਾਰਾਜ ਕਹਿਣ ਲੱਗੇ ਨਹੀਂ, ਪੁੱਤਰਾਂ ਤੋਂ ਵੀ ਸੁੱਖ ਨਹੀਂ ਪਾਇਆ ਕਿਸੇ।
ਤੇ ਦੂਜਾ ਬਚਨ ਮਹਾਰਾਜ ਨੇ ਲਿਖਿਆ ਕਲੱਤਰ। ਇੱਥੇ ਕਲੱਤਰ ਦਾ ਅਰਥ ਵਿਦਵਾਨਾਂ ਨੇ ਕੀਤਾ ਨਹੁੰ, ਜਿਹਨੂੰ ਬਹੂ ਕਹਿ ਦਿੰਦੇ। ਕੁਝ ਆਖਦੇ ਬਹੂਆਂ ਤੋਂ ਸੁੱਖ ਮਿਲੇਗਾ, ਨਹੀਂ, ਬਹੂ ਤੋਂ ਵੀ ਸੁੱਖ ਨਹੀਂ, ਤੇ ਨਹੁੰ ਤੋਂ ਵੀ ਸੁੱਖ ਨਹੀਂ ਮਿਲੇਗਾ। ਨਹੁੰ ਭਾਵੇਂ ਇੱਕ ਹੋਣ ਤੇ ਭਾਵੇਂ 4-5 ਹੋਣ, ਤੇ ਭਾਵੇਂ ਇੱਕ ਹੀ ਪੁੱਤਰ ਦੇ 4-5 ਵਿਆਹ ਕਰਕੇ ਮੁਸਲਮਾਨਾਂ ਵਾਂਗੂ ਲਿਆ, ਕਰਮਾਂ 'ਚ ਨਹੀਂ ਲਿਖਿਆ ਤੇ ਸੁੱਖ ਕਿਸੇ ਤੋਂ ਵੀ ਨਹੀਂ ਮਿਲੇਗਾ। ਇਹ ਤੀਜਾ ਬਚਨ ਮਹਾਰਾਜ ਨੇ ਵਰਤਿਆ ਲక్ష్ਮੀ। ਲక్ష్ਮੀ ਤੋਂ ਭਾਵ ਹੁੰਦਾ ਆਪਣੀ ਘਰ ਵਾਲੀ, ਜਿਹੜੀ ਆਪ ਵਿਆਹ ਕੇ ਲਿਆਂਦੀ ਹੈ। ਮਹਾਰਾਜ ਕਹਿਣ ਲੱਗੇ ਇਹਦੇ ਤੋਂ ਵੀ ਸੁੱਖ ਨਹੀਂ ਮਿਲੇਗਾ। ਮਤਾ ਤੂੰ ਸੋਚੀ ਵੀ ਸੁੱਖ ਮਿਲੇਗਾ, ਜੇ ਕਰਮਾਂ 'ਚ ਨਹੀਂ ਨਾ ਲਿਖਿਆ, ਉਹ ਵੀ ਤੈਨੂੰ ਇਹੋ ਜਿਹੀ ਅੱਗੋਂ ਟੱਕਰੇਗੀ, ਰੱਬ ਦਾ ਨਾਂ ਲੈਣਾ ਤੇ ਦੂਰ ਦੀ ਗੱਲ, ਤੈਨੂੰ ਵੀ ਰੱਬ ਦਾ ਨਾਂ ਨਹੀਂ ਲੈਣ ਦੇਵੇਗੀ। ਇਹੋ ਜਿਹਾ ਤੇਰੇ ਨਾਲ ਮੱਥਾ ਲੱਗੇਗਾ, ਹਰ ਵੇਲੇ ਤੈਨੂੰ ਮਿਹਣਾ, ਹਰ ਵੇਲੇ ਗਾਲਾਂ, ਹਰ ਵੇਲੇ ਜਲੀਲ ਕੀਤਾ ਜਾਏਗਾ। ਤੂੰ ਆਪਣੇ ਮੂੰਹੋਂ ਕਵੇਂਗਾ ਵੀ ਇਹ ਮੇਰਾ ਕਿੱਥੇ ਰਿਸ਼ਤਾ ਜੁੜਿਆ ਹੈ। ਜੇ ਕਰਮਾਂ 'ਚ ਸੁੱਖ ਨਹੀਂ ਲਿਖਿਆ ਤੂੰ ਮਿਲੇਗਾ ਨਹੀਂ। ਅਗਲਾ ਬਚਨ ਮਹਾਰਾਜ ਨੇ ਵਰਤਿਆ ਮਾਇਆ। ਮਾਇਆ ਨਾਮ ਧਨ ਦਾ। ਜਿੰਨੀ ਮਰਜ਼ੀ ਤੇਰੇ ਅਕਾਊਂਟ ਵਿੱਚ ਮਾਇਆ ਹੈ, ਜਿੰਨੇ ਮਰਜ਼ੀ ਤੂੰ ਸ਼ੇਅਰ ਖਰੀਦੇ ਹੋਏ ਨੇ, ਜਿੰਨੇ ਮਰਜ਼ੀ ਦੇਸਾਂ ਦੇ ਵੀਜ਼ੇ ਤੇਰੇ ਕੋਲ ਨੇ, ਜਿੰਨੇ ਮਰਜ਼ੀ ਤੇਰੇ ਕੋਲ ਸੋਨੇ ਚਾਂਦੀ ਦੇ ਹਾਰ ਨੇ, ਡਾਇਮੰਡ ਦੇ ਤੇਰੇ ਕੋਲ ਹਾਰ ਪਏ ਹੋਏ ਨੇ, ਪਰ ਪਾਤਸ਼ਾਹ ਕਹਿਣ ਲੱਗੇ ਸੁੱਖ ਨਹੀਂ ਇਹਨਾਂ ਤੋਂ ਕਿਸੇ ਨੇ ਵੀ ਪਾਇਆ। ਕਿਨਹੀ ਨਾ ਕੀਏ ਮਾਇਆ ਕਾਜ ਪੂਰੇ। ਜਦੋਂ ਕੋਈ ਬਿਪਤਾ ਪੈ ਜਾਂਦੀ ਹੈ, ਕੋਈ ਵੀ ਪਦਾਰਥ ਉਸ ਵੇਲੇ ਨੇੜੇ ਨਹੀਂ ਖੜਦਾ, ਕੋਈ ਵੀ ਪਦਾਰਥ ਬਚਾ ਨਹੀਂ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕੰਵਰ ਨੌਨਿਆਲ ਜਿਸ ਵੇਲੇ ਮਰਨ ਲੱਗਾ ਨਾ, ਮੰਜੇ ਤੇ ਪਿਆ ਹੋਇਆ, ਤੇ ਆਪਣੇ ਵਜ਼ੀਰ ਨੂੰ ਬੁਲਾ ਕੇ ਆਖਦਾ ਮੇਰੇ ਕੋਲ ਆ, ਮੈਂ ਤੈਨੂੰ ਲੈਟਰ ਪੈਡ ਦੇ ਉੱਪਰ ਸਰਕਾਰੀ ਮੋਹਰ ਲਾ ਕੇ ਤੈਨੂੰ ਸਾਰਾ ਰਾਜ ਦੇ ਦਿੰਦਾ, ਪਰ ਮੈਨੂੰ ਬਚਾ ਲਾ, ਮੈਨੂੰ ਮਾਰਨਾ। ਹੁਣ ਸਾਡੇ ਕੋਲ ਤੇ ਧਨ ਹੋਵੇਗਾ ਨਾ, 2 ਹਾਰ ਹੋਣਗੇ, 4 ਹੋਣਗੇ, ਪੈਸਿਆਂ ਦੀ ਗਿਣਤੀ ਹੋਵੇਗੀ, ਕੋਈ ਥੋੜ੍ਹੀ ਬਹੁਤੀ ਜ਼ਮੀਨ ਜਾਇਦਾਦ ਹੋਵੇਗੀ, ਪਰ ਜਿਹੜਾ ਰਾਜਾ ਹੈ ਉਹਦੇ ਕੋਲ ਤੇ ਕਿੰਨੀ ਧਨ ਦੌਲਤ ਹੈ ਪਤਾ ਹੀ ਕੋਈ ਨਹੀਂ। ਇੰਨੀ ਧਨ ਦੌਲਤ ਵਾਲਾ ਕਹਿ ਰਿਹਾ ਵੀ ਮੈਨੂੰ ਮਾਰ ਨਾ, ਮੈਂ ਰਾਜ ਵੀ ਤੈਨੂੰ ਦਿੱਤਾ, ਖਜ਼ਾਨੇ ਵੀ ਤੈਨੂੰ ਦਿੱਤੇ, ਸਭ ਕੁਝ ਤੈਨੂੰ ਦਿੱਤਾ, ਮੈਂ ਅੱਜ ਹੀ ਉੱਠ ਕੇ ਮਹਿਲ ਤੋਂ ਬਾਹਰ ਚਲੇ ਜਾਂਦਾ। ਪਰ ਮਹਾਰਾਜ ਕਹਿਣ ਲੱਗੇ ਏਡਾ ਵੱਡਾ ਰਾਜ ਤੇ ਇੰਨੇ ਖਜ਼ਾਨਿਆਂ ਦਾ ਮਾਲਕ ਬਚ ਨਹੀਂ ਸਕਿਆ। ਵਜ਼ੀਰ ਨੇ ਆਖਿਆ ਨਹੀਂ, ਮੈਨੂੰ ਖਜ਼ਾਨੇ ਨਹੀਂ ਚਾਹੀਦੇ, ਮੈਨੂੰ ਤੇਰੀ ਮੌਤ ਚਾਹੀਦੀ ਹੈ। ਤੇ ਵੱਡਾ ਸਾਰਾ ਪੱਥਰ ਚੁੱਕ ਕੇ ਕੰਵਰ ਨੌਨਿਹਾਲ ਦੇ ਸਿਰ ਦੇ ਵਿੱਚ ਮਾਰ ਕੇ ਤੇ ਸਿਰ ਫੇਰ ਦਿੱਤਾ। ਕਦੇ ਸਮਾਂ ਸੀ ਜਦੋਂ 9 ਲੱਖ ਦਾ ਸਿਹਰਾ ਬੰਨ੍ਹ ਕੇ ਤੇ ਵਿਆਹ ਕਰਾਉਣ ਵਾਸਤੇ ਗਿਆ ਸੀ ਕੰਵਰ ਨੌਨਿਹਾਲ। ਉਹਨਾਂ ਸਮਿਆਂ ਵਿੱਚ 9 ਲੱਖ ਅੱਜ ਦੇ ਅਰਬਾਂ ਰੁਪਈਏ ਬਣ ਜਾਂਦੇ। ਇੰਨੇ ਮਹਿੰਗੇ ਮੁੱਲ ਦਾ ਸਿਹਰਾ ਲੱਗਾ ਸੀ ਸਿਰ ਦੇ ਉੱਪਰ ਆ ਕੇ ਵੀ ਵਿਆਹ ਕਰਾਉਣ ਚੱਲਿਆ। ਅੱਜ ਸਮਾਂ ਉਹ ਆ ਗਿਆ, ਸਭ ਕੁਝ ਦੇਣ ਨੂੰ ਤਿਆਰ ਹੈ, ਪਰ ਜ਼ਿੰਦਗੀ ਨਹੀਂ ਮਿਲੀ ਹੈ। ਮਹਾਰਾਜ ਕਹਿਣ ਲੱਗੇ ਪੁੱਤਰ ਕੁਲੱਤਰ ਲక్ష్ਮੀ ਮਾਇਆ, ਇਹ ਜਿੰਨੇ ਵੀ ਪਦਾਰਥ ਹਨ ਇਹਨਾਂ ਦੇ ਵਿੱਚੋਂ ਇੰਤੇ ਕਹੋ ਕਵਨ ਸੁਖ ਪਾਇਆ। ਭਾਈ ਇਹਨਾਂ ਵਿੱਚੋਂ ਕਿਸੇ ਨੇ ਸੁਖ ਪਾਇਆ? ਇਹਨਾਂ ਦੇ ਵਿੱਚੋਂ ਨਾ ਪੁੱਤਰਾਂ ਦੇ ਵਿੱਚੋਂ, ਨਾ ਬਹੂਆਂ ਦੇ ਵਿੱਚੋਂ, ਨਾ ਇਸਤਰੀ ਦੇ ਵਿੱਚੋਂ, ਤੇ ਨਾ ਧਨ ਦੇ ਵਿੱਚੋਂ, ਨਾ ਪਤੀ ਦੇ ਵਿੱਚੋਂ, ਨਾ ਜਵਾਈ ਦੇ ਵਿੱਚੋਂ। ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹਨਾਂ ਵਿੱਚੋਂ ਕਿਸੇ ਨੇ ਸੁਖ ਨਹੀਂ ਪਾਇਆ। ਰਿਸ਼ਤੇਦਾਰੀਆਂ ਭਾਵੇਂ ਕਿੰਨੀਆਂ ਵੱਡੀਆਂ ਹਨ। ਕਹਿਤ ਕਬੀਰ ਅਵਰ ਨਹੀਂ ਕਾਮਾ। ਕਹਿਣ ਲੱਗੇ ਇੱਕ ਬਚਨ ਅੱਜ ਸੰਗਤ ਵਿੱਚ ਆਇਆ, ਪੱਲੇ ਬੰਨ੍ਹ ਕੇ ਲੈ ਜਾ, ਇਸ ਬਚਨ ਨੂੰ ਸਦਾ ਚੇਤੇ ਰੱਖੀ, ਕਦੇ ਭੁਲਾਈ ਨਾ। ਕਹਿਤ ਕਬੀਰ ਅਵਰ ਨਹੀਂ ਕਾਮਾ, ਦੁਨੀਆ ਵਿੱਚ ਕੋਈ ਵੀ ਕੰਮ ਤੇਰੇ ਕੰਮ ਆਉਣ ਵਾਲਾ ਨਹੀਂ। ਜਿੰਨੇ ਮਰਜ਼ੀ ਤੂੰ ਕੰਮ ਕਰ ਲਾ, ਪੁੱਤਰਾਂ ਦੇ ਕਰ ਲਾ, ਪੋਤਰਿਆਂ ਦੇ, ਪੜੋਤਰਿਆਂ ਦੇ, ਦੋਤਰਿਆਂ ਦੇ, ਨੋਹਾਂ ਦੇ, ਬਹੂਆਂ ਦੇ, ਧੀਆਂ ਦੇ, ਜਿੰਨੇ ਮਰਜ਼ੀ ਕੰਮ ਕਰ ਲਏ ਨੇ, ਜਿੰਨੇ ਮਰਜ਼ੀ ਉਹਨਾਂ ਨੂੰ ਜ਼ਿੰਮੇਵਾਰ ਬਣਾ ਦਿੱਤਾ ਹੈ, ਜਿੰਨਾ ਮਰਜ਼ੀ ਉਹਨਾਂ ਨੂੰ ਸਟੈਂਡ ਕਰ ਦਿੱਤਾ ਹੈ, ਜਿੰਨੇ ਮਰਜ਼ੀ ਖਜ਼ਾਨੇ ਇਕੱਠੇ ਕਰ ਲਏ ਨੇ, ਪਰ ਇੱਕ ਬਚਨ ਪੱਲੇ ਬੰਨ ਵੀ ਇਹਨਾਂ ਵਿੱਚੋਂ ਤੇਰੇ ਕੋਈ ਕੰਮ ਨਹੀਂ ਆਉਣਾ ਹੈ। ਹਮਰਾ ਮਨ ਧਨ ਰਾਮ ਕੋ ਨਾਮਾ। ਸਾਹਿਬ ਜੀ ਕਹਿਣ ਲੱਗੇ ਸਾਡੇ ਮਨ ਦੇ ਵਿੱਚ ਇੱਕ ਰਾਮ ਦੇ ਨਾਮ ਨੂੰ ਜਪਣ ਰੂਪੀ ਧਨ ਸਾਡੇ ਕੋਲ ਹੈ। ਮੈਂ ਕਬੀਰ ਸਾਹਿਬ ਜੀ ਆਪਣੇ ਬਾਰੇ ਕਹਿ ਰਹੇ, ਕਹਿਣ ਲੱਗੇ ਮੇਰੇ ਕੋਲ ਦੁਨੀਆ ਦੀ ਮਾਇਆ ਨਹੀਂ ਹੈ, ਮੇਰੇ ਕੋਲ ਚੰਗਾ ਘਰ ਨਹੀਂ ਹੈ, ਮੇਰੇ ਕੋਲ ਬਹੁਤੇ ਪੁੱਤਰ ਧੀਆਂ ਜਾਂ ਪੋਤਰੇ ਪੜੋਤਰੇ ਨਹੀਂ।
ਮੈਂ ਭਾਵੇਂ ਕਿੰਨਾ ਵੀ ਗਰੀਬ ਹਾਂ, ਪਰ ਮੇਰੇ ਕੋਲ ਇੱਕ ਚੀਜ਼ ਜ਼ਰੂਰ ਹੈ, ਮੇਰੇ ਮਨ ਦੇ ਵਿੱਚ ਰਾਮ ਦੇ ਨਾਮ ਨੂੰ ਜਪਣਾ ਜਿਹੜਾ ਨਾ, ਇਹ ਧਨ ਮੇਰੇ ਕੋਲ ਹੈ। ਰਾਮ ਦੇ ਨਾਮ ਦਾ ਧਨ ਮੇਰੇ ਕੋਲ ਹੈ, ਇਹ ਮੈਂ ਕਮਾਇਆ, ਜਿਹੜਾ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਮੇਰੇ ਨਾਲ ਜਾਏਗਾ। ਐਸਾ ਧਨ ਮੈਂ ਕਮਾਇਆ ਹੈ। ਰਾਮ ਦੇ ਨਾਮ ਤੋਂ ਬਿਨਾਂ ਜਿੰਨਾ ਦੁਨੀਆ ਦਾ ਤੁਸੀਂ ਕਮਾਇਆ, ਤੁਹਾਡੇ ਵਿੱਚੋਂ ਕਿਸੇ ਦੇ ਵੀ ਕੁਝ ਨਾਲ ਨਹੀਂ ਜਾਣਾ। ਪਰ ਜਿਹੜਾ ਮੈਂ ਕਮਾਇਆ ਰਾਮ ਦਾ ਨਾਮ, ਇਹ ਮੇਰੇ ਨਾਲ ਜਾਏਗਾ। ਕੇਵਲ ਨਾਮ ਹੀ ਨਾਲ ਜਾਣਾ, ਉਹਦੇ ਤੋਂ ਬਿਨਾਂ ਕੋਈ ਪਦਾਰਥ ਦੁਨੀਆ ਦਾ ਨਾਲ ਨਹੀਂ ਜਾਏਗਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲਾ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰਾ ਮਨ ਧਨ ਰਾਮ ਕੋ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।